ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸੁਖਦੀਪ ਮਾਨ, ਟੌਪਰਜ਼ ਮੇਟ ਆਇਲਸ ਇੰਸਟੀਚਿਊਟ ਗਿੱਦੜਬਾਹਾ ਤੋਂ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਹੋਰ ਕੰਟੀਨਿਊਸ ਟੈਂਸ ਜਾਨੀ ਕਿ ਪਾਸਟ ਕੰਟੀਨਿਊਸ ਟੈਂਸ ਬਾਰੇ। ਪਹਿਲਾਂ ਵਾਲੀ ਵੀਡੀਓ 'ਚ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਬਾਰੇ ਗੱਲ ਕੀਤੀ ਸੀ। ਜਿਸ ਕਿਸੇ ਨੇ ਵੀ ਉਹ ਵੀਡੀਓ ਨਹੀਂ ਦੇਖੀ ਹੈ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਸ ਵੀਡੀਓ ਨੂੰ ਦੇਖ ਸਕਦਾ ਹੈ। अगर ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਤਾਂ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਸਾਨੂੰ ਵੀ ਨਵੀਆਂ ਵੀਡੀਓਜ਼ ਬਣਾਉਣ ਲਈ ਕੁਝ ਮੋਟੀਵੇਸ਼ਨ ਮਿਲਦੀ ਰਹੇ। ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਕਿ ਜੋ ਰੂਲ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਅਪਲਾਈ ਹੁੰਦਾ ਹੈ ਸੇਮ ਰੂਲ ਹੀ ਪਾਸਟ ਕੰਟੀਨਿਊਸ 'ਚ ਅਪਲਾਈ ਹੁੰਦਾ ਹੈ। ਫਰਕ ਸਿਰਫ ਹੈਲਪਿੰਗ ਵਰਬਸ ਤੇ ਪਹਿਚਾਣ ਦਾ ਹੈ। ਉਹ ਕਿਹੜੀਆਂ ਹੈਲਪਿੰਗ ਵਰਬਸ ਹੈ ਜੋ ਪਾਸਟ ਕੰਟੀਨਿਊਸ ਦੇ ਵਿੱਚ ਯੂਜ਼ ਹੁੰਦੀਆਂ ਤੇ ਉਹ ਕਿਹੜੀ ਪਹਿਚਾਣ ਹੈ ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਇਹ ਲਾਈਨ ਪਾਸਟ ਕੰਟੀਨਿਊਸ ਦੀ ਹੈ। ਆਓ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਕਿ ਉਹ ਕਿਹੜੀ ਪਹਿਚਾਣ ਤੇ ਕਿਹੜੀਆਂ ਹੈਲਪਿੰਗ ਵਰਬਸ ਹੈ। ਐਗਜ਼ਾਮਪਲ 'ਚ ਤੁਸੀਂ ਦੇਖ ਰਹੇ ਹੋਵੋਗੇ ਕਿ ਹੀ ਵਾਜ਼ ਰਨਿੰਗ ਇਨ ਦ ਮੋਰਨਿੰਗ, ਉਹ ਸਵੇਰੇ ਦੌੜ ਰਿਹਾ ਸੀ ਜੋ ਹੈ ਇਹ ਪਹਿਚਾਣ ਹੈ ਪਾਸਟ ਕੰਟੀਨਿਊਸ ਟੈਂਸ ਦੀ ਤੇ ਵਾਜ਼ ਯੂਜ਼ ਹੋਇਆਗਾ ਉਹ ਵੀ ਇੱਕ ਇਹਦੀ ਪਹਿਚਾਣ ਹੀ ਲਾ ਲਓ ਕਿ ਇਹ ਹੈਲਪਿੰਗ ਵਰਬ ਇਹਦੇ 'ਚ ਯੂਜ਼ ਹੁੰਦੀ ਹੈ ਕਿ ਪਾਸਟ ਕੰਟੀਨਿਊਸ 'ਚ। ਉਹ ਆਪਾਂ ਅੱਗੇ ਗੱਲ ਕਰਾਂਗੇ ਕਿਹੜੀ ਕਿਹੜੀ ਹੈਲਪਿੰਗ ਵਰਬ ਯੂਜ਼ ਹੁੰਦੀ ਹੈ। ਮੇਨਲੀ ਆਪਾਂ ਇਹਦੀਆਂ ਲਾਈਨਸ ਇਹ ਵੇਖਣੀਆਂ ਕਿ ਕਿਸ ਤਰ੍ਹਾਂ ਜਿਹਦੀਆਂ ਹੁੰਦੀਆਂ ਹੈਗੀਆਂ। ਉਹ ਅਗਲੀ ਲਾਈਨ ਵੇਖੀਏ, ਉਹ ਕਿਤਾਬਾਂ ਪੜ੍ਹ ਰਹੇ ਸਨ, ਦੇ ਵਰ ਰੀਡਿੰਗ ਬੁੱਕਸ। ਇੱਥੇ ਵੀ ਆਪਾਂ ਨੂੰ ਐਂਡ ਤੇ ਕੀ ਮਿਲਿਆ, ਰਹੇ ਸਨ। ਤੇ ਉਸ ਤੋਂ ਵੀ ਅਗਲੀ ਲਾਈਨ ਦੇ ਜੇ ਐਂਡ ਤੇ ਵੇਖੀਏ, ਰਿਹਾ ਸੀ, ਜੌਨ ਗਿਟਾਰ ਵਜਾ ਰਿਹਾ ਸੀ, ਜੌਨ ਵਾਜ਼ ਪਲੇਇੰਗ ਗਿਟਾਰ। ਪਾਸਟ ਕੰਟੀਨਿਊਸ ਟੈਂਸ ਦੀ ਜੋ ਪਹਿਚਾਣ ਹੈ, ਜੋ ਆਪਾਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਸੀ ਵੀ ਕੋਈ ਵੀ ਟੈਂਸ ਆ ਉਹਦੇ ਐਂਡ ਤੇ ਜਾ ਕੇ ਪਹਿਚਾਣ ਹੁੰਦੀ ਹੈ ਵੀ ਉਹ ਕਿਹੜਾ ਟੈਂਸ ਹੈ। ਪਾਸਟ ਕੰਟੀਨਿਊਸ ਦੀ ਆਪਦੀ ਪਹਿਚਾਣ ਹੈ। ਉਹ ਕੀ ਪਹਿਚਾਣ ਹੈ, ਰਹੀ ਸੀ, ਰਿਹਾ ਸੀ, ਰਹੇ ਸਨ, ਰਹੀਆਂ ਸਨ। ਜਦੋਂ ਵੀ ਆਪਾਂ ਆਪਣੀ ਲੈਂਗੁਏਜ ਦੇ ਵਿੱਚ ਕੋਈ ਵੀ ਲਾਈਨ ਬੋਲਾਂਗੇ ਤਾਂ ਉਹਦੇ ਜਿਹੜੇ ਐਂਡ ਵਾਲੇ ਵਰਡ ਹੋਣਗੇ ਉਹ ਆਪਾਂ ਨੂੰ ਪਹਿਚਾਣ ਕਰਾਉਣਗੇ ਕਿਹੜਾ ਟੈਂਸ ਹੈ ਤੇ ਪਾਸਟ ਕੰਟੀਨਿਊਸ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੀ ਪਹਿਚਾਣ ਮਿਲੂਗੀ। ਹੈਲਪਿੰਗ ਵਰਬਸ ਕਿਹੜੀਆਂ ਕਿਹੜੀਆਂ ਯੂਜ਼ ਹੁੰਦੀਆਂ, ਦੋ ਹੈਲਪਿੰਗ ਵਰਬਸ ਯੂਜ਼ ਹੁੰਦੀਆਂ ਹੈਗੀਆਂ ਇਹਦੇ ਵਿੱਚ, ਵਾਜ਼ ਤੇ ਵਰ। ਦੋਵੇਂ ਅਲੱਗ-ਅਲੱਗ ਸਬਜੈਕਟਸ ਦੇ ਨਾਲ ਯੂਜ਼ ਹੁੰਦੀਆਂ। ਜਿਵੇਂ ਕਿ ਜਦੋਂ ਵੀ ਆਪਣੇ ਕੋਲੇ ਹੀ, ਸ਼ੀ, ਇਟ, ਨੇਮ ਐਂਡ ਆਈ ਐਜ਼ ਅ ਸਬਜੈਕਟ ਆਪਣੇ ਕੋਲੇ ਇਹ ਵਰਡ ਸਟਾਰਟਿੰਗ ਦੇ ਵਿੱਚ ਹੋਵੇ ਉਦੋਂ ਆਪਾਂ ਵਾਜ਼ ਯੂਜ਼ ਕਰਾਂਗੇ। ਜਦੋਂ ਆਪਾਂ ਯੂਜ਼ ਕਰ ਰਹੇ ਹਾਂ ਵੀ, ਦੇ, ਯੂ, ਉਦੋਂ ਆਪਾਂ ਵਰ ਯੂਜ਼ ਕਰਾਂਗੇ। ਕੁਛ ਲੋਕ ਵਾਜ਼ ਨੂੰ ਵਾਜ਼ ਬੋਲਦੇ ਆ, WAS, ਕਿਉਂਕਿ ਏ ਲੱਗੀ ਹੈ ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵਾਜ਼ ਹੈ, ਪਰ ਇਹ ਵਾਜ਼ ਨਹੀਂ, ਵਾਜ਼। ਉਹ ਦਾ ਸਾਊਂਡ ਬਣਦਾ ਹੈਗਾ ਇੱਥੇ, ਵਾਜ਼। ਹੁਣ ਜੇ ਆਪਾਂ ਪ੍ਰੈਕਟਿਸ ਕਰੀਏ ਕਿ ਕਿਹੜੇ ਕਿਹੜੇ ਸਬਜੈਕਟ ਨਾਲ ਕਿਵੇਂ ਜੇ ਯੂਜ਼ ਹੁੰਦੀਆਂ ਹੈਗੀਆਂ, ਫੋਰ ਐਗਜ਼ਾਮਪਲ ਆਪਾਂ ਆਈ ਯੂਜ਼ ਕਰ ਰਹੇ ਹਾਂ ਤਾਂ ਆਈ ਵਾਜ਼, ਅੱਗੇ ਜੋ ਵੀ ਲਾਈਨ ਜਿਵੇਂ ਹੋਊਗੀ ਉਹ ਕਿਵੇਂ ਵੀ ਹੋ ਸਕਦੀ ਹੈ, ਪਰ ਜਦੋਂ ਆਪਾਂ ਸਟਾਰਟਿੰਗ ਕਰਾਂਗੇ ਲਾਈਨ ਦੀ ਉਦੋਂ ਇਸ ਤਰੀਕੇ ਨਾਲ ਕਰਾਂਗੇ, ਆਈ ਵਾਜ਼, ਹੀ ਵਾਜ਼, ਸ਼ੀ ਵਾਜ਼, ਰਾਜੂ ਵਾਜ਼। ਕੋਈ ਵੀ ਨਾਮ ਹੈ ਉਹਦੇ ਨਾਲ ਵੀ ਆਪਾਂ ਵਾਜ਼ ਹੀ ਯੂਜ਼ ਕਰਾਂਗੇ। ਅੱਗੇ ਜੇ ਵਰ ਕਿਹਦੇ ਨਾਲ ਯੂਜ਼ ਹੁੰਦਾ ਹੈਗਾ, ਯੂ ਵਰ, ਦੇ ਵਰ, ਵੀ ਵਰ। ਇਸ ਤਰੀਕੇ ਨਾਲ ਆਪਾਂ ਲਾਈਨਸ ਬਣਾਉਣੇ ਆ। ਅੱਗੇ ਆਪਾਂ ਦੇਖਦੇ ਹਾਂ ਕਿ ਇਹਦਾ ਰੂਲ ਕੀ ਹੈ। ਪੋਜ਼ੀਟਿਵ ਲਾਈਨ ਜਦੋਂ ਵੀ ਆਪਾਂ ਬਣਾਉਣੀ ਹੈ ਜਿਹਦੇ 'ਚ ਆਪਾਂ ਕੋਈ ਵੀ ਕੁਐਸਚਨ ਨਹੀਂ ਪੁੱਟ ਕਰਦੇ, ਕੋਈ ਵੀ ਆਪਾਂ ਮਨਾ ਨਹੀਂ ਕਰਦੇਗੇ, ਸਿੰਪਲ ਲਾਈਨ ਬਣਾਉਣੇ ਆ ਜਦੋਂ ਪੋਜ਼ੀਟਿਵ ਦੇ ਵਿੱਚ, ਉਹਦਾ ਰੂਲ ਕੀ ਹੈ। ਰੂਲ ਨੂੰ ਆਪਾਂ ਜੋ ਆਪਣੀ ਪੰਜਾਬੀ ਦੀ ਲਾਈਨ ਹੈ ਉਹਦੇ ਵਿੱਚ ਆਪਾਂ ਰੂਲ ਨੂੰ ਅਪਲਾਈ ਕਰਕੇ ਤਾਂ ਆਪਾਂ ਇੰਗਲਿਸ਼ ਦੇ ਵਿੱਚ ਲਾਈਨ ਬਣਾ ਸਕਦੇ ਹਾਂ। ਰੂਲ ਬੜਾ ਸਿੰਪਲ ਜਿਹਾ ਜੀ, ਜੋ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਵੇਲੇ ਜੋ ਰੂਲ ਕੀਤਾ ਸੀ ਬਿਲਕੁਲ ਸੇਮ ਰੂਲ ਹੈ ਜਿਵੇਂ ਉਹ ਰੂਲ ਸੀਗਾ, ਤੁਸੀਂ ਪੁਰਾਣੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ, ਬਿਲਕੁਲ ਸੇਮ ਰੂਲ ਹੈ। ਫਰਕ ਸਿਰਫ ਹੈਲਪਿੰਗ ਵਰਬ ਦੇ ਪਹਿਚਾਣ ਦਾ ਹੀ ਹੈ। ਇਹਦੇ 'ਚ ਵਾਜ਼ ਵਰ ਯੂਜ਼ ਹੋ ਰਿਹਾ, ਪ੍ਰੈਜ਼ੈਂਟ ਦੇ ਵਿੱਚ ਇਜ਼ ਐਮ ਆਰ ਯੂਜ਼ ਹੋਈ ਜਾਂਦਾ ਸੀ। ਹੁਣ ਇਹਦਾ ਰੂਲ ਹੈ ਜੋ ਫਸਟ ਦੇ ਵਿੱਚ ਆਪਾਂ ਸਬਜੈਕਟ ਯੂਜ਼ ਕਰਾਂਗੇ, ਫਿਰ ਹੈਲਪਿੰਗ ਵਰਬ, ਫਿਰ ਵਰਬ ਦੀ ਫਸਟ ਫਾਰਮ ਜੋ ਮੇਨ ਵਰਬ ਹੈ ਉਹਦੀ ਫਸਟ ਫਾਰਮ ਯੂਜ਼ ਕਰਾਂਗੇ, ਫਿਰ ING ਦੈਨ ਆਬਜੈਕਟ। एग्जाम्पल के रूप में आप पहला पंजाबी वाली लाइन पढ़ो, पहली
ਉਹ ਆਪਣਾ ਹੋਮਵਰਕ ਕਰ ਰਿਹਾ ਸੀ। ਰਿਹਾ ਸੀ ਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਸਟ ਕੰਟੀਨਿਊਸ ਹੈ। ਤਾਂ ਹੁਣ ਆਪਾਂ ਰੂਲ ਦੇ ਅਕੋਰਡਿੰਗ ਇੰਗਲਿਸ਼ ਦੇ ਵਿੱਚ ਲਾਈਨ ਬਣਾਵਾਂਗੇ। ਹੀ ਵਾਜ਼ ਡੂਇੰਗ ਹਿਜ਼ ਹੋਮਵਰਕ। ਹੀ ਵਾਜ਼ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਪਾਸਟ ਹੈ। ਹੀ ਵਾਜ਼ ਡੂਇੰਗ ਹਿਜ਼ ਹੋਮਵਰਕ। ਜੇ ਆਪਾਂ ਇੰਗਲਿਸ਼ ਚੋਂ ਪੰਜਾਬੀ ਬਣਾ ਰਹੇ ਹਾਂ ਤਾਂ ਆਪਾਂ ਨੂੰ ਇਹਨਾਂ ਤੋਂ ਪਤਾ ਲੱਗੂਗਾ ਕਿ ਵਾਜ਼ ਯੂਜ਼ ਹੋਇਆ, ਫਿਰ ਵਰਬ ਦੀ ਫਸਟ ਫਾਰਮ ਹੈ, ਫਿਰ ਆਈਐਨਜੀ ਹੈ, ਦੈਨ ਇੱਕ ਓਬਜੈਕਟ ਹੈ, ਸਟਾਰਟਿੰਗ ਦੇ ਵਿੱਚ ਸਬਜੈਕਟ ਹੈ। ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਸਟ ਕੰਟੀਨਿਊਸ ਹੈ। ਜੇ ਪੰਜਾਬੀ ਤੋਂ ਇੰਗਲਿਸ਼ ਬਣਾਉਣੀ ਹੈ ਤਾਂ ਆਪਾਂ ਨੂੰ ਇਸ ਪਹਿਚਾਣ ਤੋਂ ਪਤਾ ਲੱਗੂਗਾ ਕਿ ਇਹ ਕੰਟੀਨਿਊਸ ਹੈ। ਅਗਲੀ ਲਾਈਨ, ਰੀਟਾ ਵਾਜ਼ ਪਲੇਇੰਗ ਪਿਆਨੋ। ਰੀਟਾ ਪਿਆਨੋ ਵਜਾ ਰਹੀ ਸੀ। ਰੀਟਾ ਦੇ ਨਾਲ ਆਪਾਂ ਵਾਜ਼ ਯੂਜ਼ ਕੀਤਾ ਕਿਉਂਕਿ ਰੀਟਾ ਇੱਕ ਨਾਊਨ ਹੈ, ਨਾਮ ਹੈ, ਤੇ ਨਾਮ ਦੇ ਨਾਲ ਹਮੇਸ਼ਾ ਹੀ ਵਾਜ਼ ਯੂਜ਼ ਹੁੰਦਾ ਹੈਗਾ। ਅਗਲੀ ਲਾਈਨ ਫਿਰ ਇਹਦੇ ਵਿੱਚ ਵੀ ਇੱਕ ਨਾਮ ਹੀ ਹੈ ਜਿਹਨੂੰ ਇੰਗਲਿਸ਼ 'ਚ ਨਾਊਨ ਬੋਲ ਦਿੰਦੇ ਆ। ਮਨਜੀਤ ਵਾਜ਼ ਪਲੇਇੰਗ ਫੁੱਟਬਾਲ। ਮਨਜੀਤ ਫੁੱਟਬਾਲ ਖੇਡ ਰਿਹਾ ਸੀ। ਦੇ ਵਰ ਫਲਾਈਂਗ ਕਾਈਟਸ। ਪਤੰਗ ਦਾ ਅੱਜ ਕੱਲ੍ਹ ਸੀਜ਼ਨ ਚੱਲ ਰਿਹਾ, ਬਸੰਤ ਰੁੱਤ ਹੈ, ਇਸ ਕਰਕੇ ਇਹੋ ਜਿਹੀਆਂ ਵੀ ਲਾਈਨਸ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਕਿ ਉਹ ਪਤੰਗ ਉਡਾ ਰਹੇ ਸਨ। ਜਦੋਂ ਵੀ ਆਪਾਂ ਨੂੰ ਰਹੇ ਸਨ ਐਂਡ ਤੇ ਮਿਲਦਾ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਪਾਸਟ ਕੰਟੀਨਿਊਸ ਟੈਂਸ ਹੈ, ਇਸ ਕਰਕੇ ਆਪਾਂ ਦੇ ਵਰ ਯੂਜ਼ ਕੀਤਾ। ਅਗਲੇ ਆਪਾਂ ਜੇ ਗੱਲ ਕਰੀਏ ਰੂਲ ਦੀ ਤਾਂ ਨੈਗੇਟਿਵ ਦੇ ਵਿੱਚ ਆਪਾਂ ਨੂੰ ਕੀ ਵੇਖਣ ਨੂੰ ਮਿਲਦਾ ਕਿ ਹੈਲਪਿੰਗ ਵਰਬ ਤੋਂ ਬਾਅਦ ਸਿਰਫ ਨਾਟ ਯੂਜ਼ ਹੋ ਜਾਂਦਾ, ਬਾਕੀ ਸਾਰਾ ਰੂਲ ਸੇਮ ਹੀ ਹੈ ਜਿਵੇਂ ਪੋਜ਼ਿਟਿਵ ਦੇ ਵਿੱਚ ਸੀ। ਪੋਜ਼ਿਟਿਵ ਦੇ ਵਿੱਚ ਕੀ ਸੀ, ਸਟਾਰਟਿੰਗ ਦੇ ਵਿੱਚ ਸਬਜੈਕਟ ਸੀ, ਫਿਰ ਹੈਲਪਿੰਗ ਵਰਬ ਸੀ, ਫਿਰ ਵਰਬ ਸੀ, ਆਈਐਨਜੀ ਸੀ, ਦੈਨ ਆਬਜੈਕਟ ਸੀਗਾ। ਇਹਦੇ ਵਿੱਚ ਕੀ ਹੈ, ਮੇਨ ਵਰਬ ਤੋਂ ਪਹਿਲਾਂ ਤੇ ਹੈਲਪਿੰਗ ਵਰਬ ਤੋਂ ਬਾਅਦ ਆਪਾਂ ਨਾਟ ਐਡ ਕਰਨਾ ਹੈਗਾ, ਬਾਕੀ ਹੋਰ ਕੋਈ ਇਹਦੇ 'ਚ ਕੁਛ ਨਹੀਂ ਹੋਰ ਕਰਨਾ, ਤਾਂ ਇਹ ਨੈਗੇਟਿਵ ਬਣ ਜਾਊਗਾ। ਤੁਸੀਂ ਐਗਜ਼ਾਮਪਲ ਦੇ ਵਿੱਚ ਵੀ ਦੇਖ ਸਕਦੇ ਹੋ, he was not, Rita was not, Manjeet was not, they were not। ਜਦੋਂ ਵੀ ਆਪਾਂ ਯੂਜ਼ ਕਰ ਰਹੇ ਹਾਂ not, ਹੈਲਪਿੰਗ ਵਰਬ ਤੋਂ ਬਾਅਦ ਯੂਜ਼ ਕਰ ਰਹੇ ਹਾਂ, ਮੇਨ ਵਰਬ ਤੋਂ ਪਹਿਲਾਂ not ਯੂਜ਼ ਕਰ ਰਹੇ ਹਾਂ। ਸੋ ਇਸ ਕਰਕੇ ਜਦੋਂ ਵੀ not ਯੂਜ਼ ਕਰਨਾ ਇਸੇ ਤਰੀਕੇ ਨਾਲ ਯੂਜ਼ ਕਰਨਾ। ਜੋ ਲਾਈਨਾਂ ਆਪਾਂ ਪਹਿਲਾਂ ਲਈਆਂ ਸੀਗੀਆਂ ਸੇਮ ਹੀ ਲਾਈਨ ਆਪਾਂ ਹੁਣ ਲੈ ਰਹੇ ਹਾਂ, ਤਾਂ ਜੋ ਆਪਾਂ ਨੂੰ ਕੋਈ ਕਨਫਿਊਜ਼ਨ ਨਾ ਹੋਵੇ, ਆਪਾਂ ਨੂੰ ਪਤਾ ਲੱਗ ਜੇ ਕਿ ਇਸੇ ਲਾਈਨ ਨੂੰ ਨੈਗੇਟਿਵ ਦੇ ਵਿੱਚ ਕਿਵੇਂ ਬਣਾਇਆ ਜਾਂਦਾ ਹੈ, ਇੰਟਰੋਗੇਟਿਵ ਦੇ ਵਿੱਚ ਕਿਵੇਂ ਬਣਾਇਆ ਜਾਂਦਾ ਹੈ, ਨੈਗੇਟਿਵ ਇੰਟਰੋਗੇਟਿਵ 'ਚ ਕਿਵੇਂ ਬਣਾਇਆ ਜਾਂਦਾ ਹੈ। ਸਿੰਪਲ ਤਾਂ ਤੁਸੀਂ ਦੇਖ ਹੀ ਚੁੱਕੇ ਹੋ। ਉਹ ਆਪਣਾ ਹੋਮਵਰਕ ਨਹੀਂ ਕਰ ਰਿਹਾ ਸੀ। ਹੁਣ ਆਪਾਂ ਜਦੋਂ ਆਪਾਂ ਨੂੰ ਐਂਡ ਤੋਂ ਤਾਂ ਇਹ ਪਤਾ ਲੱਗ ਹੀ ਗਿਆ ਕਿ ਇਹ ਪਾਸਟ ਕੰਟੀਨਿਊਸ ਹੈ, ਨਹੀਂ ਤੋਂ ਇਹ ਪਤਾ ਲੱਗ ਗਿਆ ਕਿ ਇਹ ਨੈਗੇਟਿਵ ਹੈ। ਸੋ ਇਹਦੀ ਲਾਈਨ ਕੀ ਬਣੂਗੀ, he was not doing his homework। ਅਗਲੀ ਲਾਈਨ, ਰੀਟਾ was not playing guitar। ਰੀਟਾ ਗਿਟਾਰ ਨਹੀਂ ਵਜਾ ਰਹੀ ਸੀ। ਰਹੀ ਸੀ ਤੋਂ ਪਤਾ ਲੱਗਿਆ ਪਾਸਟ ਕੰਟੀਨਿਊਸ ਹੈ, ਨਹੀਂ ਤੋਂ ਪਤਾ ਲੱਗਿਆ ਨਾਟ ਹੈ, ਇਸ ਕਰਕੇ ਆਪਾਂ ਹੈਲਪਿੰਗ ਵਰਬ ਤੋਂ ਬਾਅਦ ਨਾਟ ਯੂਜ਼ ਕੀਤਾ। ਬਾਕੀ ਜਿਵੇਂ ਰੂਲ ਪੋਜ਼ਿਟਿਵ ਦਾ ਸੀ ਉਵੇਂ ਹੀ ਅਪਲਾਈ ਕੀਤਾ ਹੈ। ਮਨਜੀਤ was not playing football। ਮਨਜੀਤ ਫੁੱਟਬਾਲ ਨਹੀਂ ਖੇਡ ਰਿਹਾ ਸੀ। ਰਿਹਾ ਸੀ ਤੋਂ ਆਪਾਂ ਨੂੰ ਪਾਸਟ ਕੰਟੀਨਿਊਸ ਪਤਾ ਲੱਗਿਆ, ਨਹੀਂ ਤੋਂ ਨੈਗੇਟਿਵ, ਇਸੇ ਕਰਕੇ ਆਪਾਂ ਇਸ ਤਰੀਕੇ ਦੀ ਲਾਈਨ ਬਣਾਈ ਹੈ। ਦੇ ਵਰ ਨਾਟ ਫਲਾਈਂਗ ਕਾਈਟਸ, ਇਹਦੇ 'ਚ ਵੀ ਆਪਾਂ ਨੂੰ ਐਂਡ ਤੋਂ ਹੀ ਪਤਾ ਲੱਗਿਆ। ਹੁਣ ਆਪਾਂ ਗੱਲ ਕਰਾਂਗੇ ਇੰਟਰੋਗੇਟਿਵ ਪੋਜ਼ਿਟਿਵ ਦੀ। ਪੋਜ਼ਿਟਿਵ ਦੇ ਵਿੱਚ ਜਦੋਂ ਵੀ ਆਪਾਂ ਇੰਟਰੋਗੇਟਿਵ ਕੋਈ ਵੀ ਲਾਈਨ ਲੈਂਦੇ ਹਾਂ ਤਾਂ ਜੋ ਪਹਿਲਾ ਰੂਲ ਸੀਗਾ ਉਹ ਸਬਜੈਕਟ ਤੋਂ ਬਾਅਦ ਹੈਲਪਿੰਗ ਵਰਬ ਆਉਂਦਾ ਹੁੰਦਾ ਸੀ, ਪਰ ਇੰਟਰੋਗੇਟਿਵ ਦੇ ਵਿੱਚ ਕੀ ਹੁੰਦਾ, ਸਬਜੈਕਟ ਤੋਂ ਪਹਿਲਾਂ ਹੀ ਹੈਲਪਿੰਗ ਵਰਬ ਆ ਜਾਂਦਾ, ਫਿਰ ਸਬਜੈਕਟ ਆਉਂਦਾ। ਬਾਕੀ ਸਾਰਾ ਰੂਲ ਸੇਮ ਹੀ ਰਹੂਗਾ, ਵਰਬ ਦੀ ਫਸਟ ਫਾਰਮ ਆਈਐਨਜੀ ਤੇ ਆਬਜੈਕਟ ਉਹ ਸਭ ਕੁਝ ਸੇਮ ਹੀ ਰਹੂਗਾ। ਜੇ ਨੈਗੇਟਿਵ ਦੇ ਵਿੱਚ ਵੀ ਆਊਗਾ ਤਾਂ ਮੇਨ ਵਰਬ ਤੋਂ ਪਹਿਲਾਂ ਨਾਟ ਆ ਜਾਊਗਾ, ਮੇਨ ਵਰਬ ਤੋਂ ਲੈ ਕੇ ਉਸ ਤੋਂ ਅੱਗੇ ਆਬਜੈਕਟ ਤੱਕ ਰੂਲ ਬਿਲਕੁਲ ਸੇਮ ਹੀ ਰਹੂਗਾ। ਐਗਜ਼ਾਮਪਲ 'ਚ ਤੁਸੀਂ ਉਹਨਾਂ ਹੀ ਲਾਈਨਾਂ ਨੂੰ ਦੁਬਾਰਾ ਦੇਖ ਲਓ ਕਿ ਜੇਕਰ ਆਪਾਂ ਇੰਟਰੋਗੇਟਿਵ ਦੇ ਵਿੱਚ ਉਹ ਵੀ ਪੋਜ਼ਿਟਿਵ ਦੇ ਵਿੱਚ ਲਾਈਨਸ ਹੋਣ ਤਾਂ ਕਿਸ ਤਰੀਕੇ ਨਾਲ ਹੋ ਸਕਦੀਆਂ ਤੇ ਇਹਨਾਂ ਨੂੰ ਕਿਵੇਂ ਇੰਗਲਿਸ਼ ਦੇ ਵਿੱਚ ਲਿਖਿਆ ਜਾਂ ਬੋਲਿਆ ਜਾ ਸਕਦਾ। ਕੀ ਉਹ ਆਪਣਾ ਹੋਮਵਰਕ ਕਰ ਰਿਹਾ ਸੀ। ਰਿਹਾ ਸੀ ਤੋਂ ਆਪਾਂ ਨੂੰ ਪਤਾ ਲੱਗਿਆ ਕਿ ਇਹ ਕੰਟੀਨਿਊਸ ਹੈ, ਪਰ ਹੁਣ ਮੂਹਰੇ ਕੀ ਲੱਗਿਆ ਮਗਰ ਕੁਐਸਚਨ ਮਾਰਕ ਵੀ ਹੈਗਾ, ਇਸ ਤੋਂ ਪਤਾ ਲੱਗ ਗਿਆ ਕਿ ਇਹ ਇੰਟਰੋਗੇਟਿਵ ਹੈ, ਇਹਦੇ 'ਚ ਕੋਈ ਵੀ ਨਹੀਂ ਹੈ ਨਹੀਂਗਾ, ਇਸ ਕਰਕੇ ਇਹ ਪੋਜ਼ਿਟਿਵ ਇੰਟਰੋਗੇਟਿਵ ਹੈ। ਹੈਲਪਿੰਗ ਵਰਬ ਆਪਾਂ ਪਹਿਲਾਂ ਲਾਇਆ, ਫਿਰ
ਸਬਜੈਕਟ ਹੈ ਤੇ ਮੇਨ ਵਰਬ ਹੈ। ਜੇ ਆਪਾਂ ਲਾਈਨ ਨੂੰ ਪੜ੍ਹ ਕੇ ਦੇਖੀਏ, was he doing his homework, was ਜੋ ਪਹਿਲਾਂ ਆਊਗਾ, ਜੋ ਆਪਾਂ ਪਹਿਲਾਂ ਸਿੱਖਿਆ ਉਹ ਇਸ ਤਰੀਕੇ ਦੀਆਂ ਲਾਈਨ ਸੀਗੀਆਂ ਕਿ he was doing। ਇਹਦੇ ਵਿੱਚ ਆਪਾਂ ਕੀ ਹੁੰਦਾ ਸੀਗਾ ਕਿ ਸਬਜੈਕਟ ਤੋਂ ਬਾਅਦ ਹੈਲਪਿੰਗ ਵਰਬ ਆ ਰਿਹਾ ਸੀ, ਪਰ ਇੰਟੈਰੋਗੇਟਿਵ ਦੇ ਵਿੱਚ ਹਮੇਸ਼ਾ ਹੀ ਆਪਾਂ ਨੂੰ ਹੈਲਪਿੰਗ ਵਰਬ ਸਟਾਰਟਿੰਗ ਦੇ ਵਿੱਚ ਮਿਲੂ, ਜਿਹੜਾ ਸਬਜੈਕਟ ਆ ਉਹ ਉਸ ਤੋਂ ਬਾਅਦ ਆਊਗਾ। ਜੋ ਮੇਨ ਵਰਬ ਹੈ ਉਹ ਸਬਜੈਕਟ ਤੋਂ ਵੀ ਬਾਅਦ 'ਚ ਹੈ, ਫਿਰ ਆਈਐਨਜੀ ਹੈ ਉਹ ਮੇਨ ਵਰਬ ਦੇ ਨਾਲ ਹੈ, ਐਂਡ ਤੇ ਆਪਾਂ ਆਬਜੈਕਟ ਯੂਜ਼ ਕਰਨਾ। ਅਗਲੀ ਲਾਈਨ, was ਰੀਟਾ ਪਲੇਇੰਗ ਗਿਟਾਰ, was ਮਨਜੀਤ ਪਲੇਇੰਗ ਫੁੱਟਬਾਲ, were they flying kites, ਰਹੇ ਸਨ, ਰਿਹਾ ਸੀ, ਰਹੀ ਸੀ। ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਪਤਾ ਲੱਗੀ ਜਾਂਦਾ ਹੈ ਕਿ ਇਹ ਪਾਸਟ ਦਾ ਕੰਟੀਨਿਊਸ ਟੈਂਸ ਹੈ। ਸਟਾਰਟਿੰਗ 'ਚ ਆਪਾਂ ਨੂੰ ਹਰ ਵਾਰ ਆਪਾਂ ਕੀ ਯੂਜ਼ ਕਰੀ ਜਾਂਦੇ ਹਾਂ ਕੁਐਸਚਨ ਦੇ ਵਿੱਚ, ਆਮ ਆਪਾਂ ਜਦੋਂ ਠੇਠ ਪੰਜਾਬੀ ਬੋਲਦੇ ਹਾਂ ਉਦੋਂ ਕਈ ਵਾਰੀ ਕੀ ਨਹੀਂ ਵੀ ਯੂਜ਼ ਕਰਦੇ, ਪਰ ਜਦੋਂ ਵੀ ਤੁਹਾਨੂੰ ਪਤਾ ਹੈ ਕਿ ਤੁਸੀਂ ਕੁਐਸਚਨ ਪੁੱਟ ਕਰ ਰਹੇ ਹੋ ਉਦੋਂ ਤੁਸੀਂ ਇਸ ਤਰੀਕੇ ਨਾਲ ਲਾਈਨ ਬਣਾਉਣੀ ਹੈ। ਜੇ ਇੰਗਲਿਸ਼ 'ਚ ਬਣਾ ਰਹੇ ਹੋ ਤਾਂ ਹੈਲਪਿੰਗ ਵਰਬ ਪਹਿਲਾਂ ਲਾਉਣੀ ਹੈ, ਸਬਜੈਕਟ ਬਾਅਦ 'ਚ ਹੈ, ਫਿਰ ਵਰਬ ਦੀ ਫਸਟ ਫਾਰਮ, ਫਿਰ ਆਈਐਨਜੀ, ਦੈਨ ਆਬਜੈਕਟ ਹੈ। ਨੈਗੇਟਿਵ ਦੇ ਵਿੱਚ ਵੀ ਸੇਮ ਹੀ ਹੈ, ਬਸ ਕਰਨਾ ਕੀ ਹੈ ਵਿੱਚ ਨਾਟ ਐਡ ਕਰਨਾ ਰੂਲ ਦੇ ਵਿੱਚ। ਰੂਲ ਕੀ ਹੈ, ਹੈਲਪਿੰਗ ਵਰਬ ਸਬਜੈਕਟ, ਫਿਰ ਨਾਟ ਹੈ, ਫਿਰ ਵਰਬ ਦੀ ਫਸਟ ਫਾਰਮ, ਆਈਐਨਜੀ, ਦੈਨ ਆਬਜੈਕਟ। ਰੂਲਸ ਬਿਲਕੁਲ ਹੀ ਸੇਮ ਆ ਰਹੇ ਹੈ, ਮੇਨ ਵਰਬ ਤੋਂ ਲੈ ਕੇ ਅੱਗੇ ਤਾਂ ਬਿਲਕੁਲ ਸੇਮ ਹੈ। ਨਾਟ ਐਡ ਹੋਇਆ ਉਹ ਵੀ ਸਬਜੈਕਟ ਤੋਂ ਬਾਅਦ 'ਚ ਐਡ ਹੋਇਆ। ਉਹ ਵੈਸੇ ਜਦੋਂ ਆਪਾਂ ਸਿੰਪਲ ਲਾਈਨ ਬਣਾਉਣੇ ਆ ਉਦੋਂ ਤਾਂ ਹੈਲਪਿੰਗ ਵਰਬ ਤੋਂ ਬਾਅਦ ਨਾਟ ਐਡ ਹੁੰਦਾ, ਪਰ ਹੁਣ ਇੰਟੈਰੋਗੇਟਿਵ ਹੈ ਇਸ ਕਰਕੇ ਹੈਲਪਿੰਗ ਵਰਬ ਤਾਂ ਅੱਗੇ ਜਾ ਚੁੱਕਿਆ, ਪਰ ਨਾਟ ਇੱਥੇ ਹੀ ਐਡ ਹੋਊਗਾ। ਬਿਲਕੁਲ ਉਹੀ ਜੋ ਲਾਈਨਾਂ ਆਪਾਂ ਪਹਿਲਾਂ ਲਾਈਆਂ ਸੇਮ ਲਾਈਨਾਂ ਨੂੰ ਜੇ ਆਪਾਂ ਇੰਟੈਰੋਗੇਟਿਵ ਦੇ ਵਿੱਚ ਉਹ ਵੀ ਨੈਗੇਟਿਵ ਦੇ ਵਿੱਚ ਰੱਖਣਾ ਹੋਵੇ ਤਾਂ ਕਿਸ ਤਰੀਕੇ ਦੀਆਂ ਆਪਾਂ ਨੂੰ ਪੰਜਾਬੀ 'ਚ ਵੇਖਣ ਨੂੰ ਮਿਲਣਗੀਆਂ, ਫਿਰ ਇੰਗਲਿਸ਼ 'ਚ। ਕੀ ਉਹ ਆਪਣਾ ਹੋਮਵਰਕ ਨਹੀਂ ਕਰ ਰਿਹਾ ਸੀ? ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਪਾਸਟ ਕੰਟੀਨਿਊਸ ਦੀ ਨੈਗੇਟਿਵ ਦੀ ਇੰਟੈਰੋਗੇਟਿਵ ਲਾਈਨ ਹੈ। was ਸਟਾਰਟਿੰਗ ਦੇ ਵਿੱਚ ਹੈਲਪਿੰਗ ਵਰਬ, ਫਿਰ ਸਬਜੈਕਟ, ਫਿਰ ਨਾਟ, ਫਿਰ ਵਰਬ ਦੀ ਫਸਟ ਫਾਰਮ ਤੇ ਆਈਐਨਜੀ, ਫਿਰ ਅੱਗੇ ਜੋ ਵੀ ਪੂਰਾ ਆਬਜੈਕਟ ਬਣ ਗਿਆ ਉਹ ਪੂਰਾ ਆਬਜੈਕਟ ਆ ਗਿਆ। ਲਾਈਨ ਨੂੰ ਪੂਰਾ ਪੜ੍ਹ ਕੇ ਵੇਖੋ, was he not doing his homework? ਅਗਲੀ ਲਾਈਨ, was Rita not playing guitar, was not playing football, were they not flying kites? ਹਰ ਵਾਰ ਆਪਾਂ ਕੁਐਸਚਨ ਮਾਰਕ ਜ਼ਰੂਰ ਲਾਉਣਾ ਹੈ ਜੇ ਆਪਾਂ ਲਾਈਨਸ ਲਿਖ ਰਹੇ ਹਾਂ, ਤੇ ਆਪਾਂ ਕਦੇ ਵੀ ਜੋ ਇਹਦੇ 'ਚ ਧਿਆਨ ਦੇਣ ਵਾਲੀ ਗੱਲ ਹੈ, ਹੈਲਪਿੰਗ ਵਰਬ ਦੇ ਵਿੱਚ ਗਲਤੀ ਨਹੀਂ ਕਰਨੀ ਹੈ। ਜੇਕਰ ਤੁਸੀਂ ਇੱਥੇ ਇਜ਼ ਐਮ ਆਰ ਯੂਜ਼ ਕਰ ਰਹੇ ਹੋ ਤਾਂ ਇਹੀ ਲਾਈਨ ਬਿਲਕੁਲ ਜੋ ਆਪਾਂ ਲਿਖ ਰਹੇ ਹਾਂ ਇਹ ਪ੍ਰੈਜ਼ੈਂਟ ਕੰਟੀਨਿਊਸ 'ਚ ਚਲੀ ਜਾਊਗੀ। ਜੇ ਤੁਸੀਂ ਵਾਜ਼ ਵਰ ਯੂਜ਼ ਕਰ ਰਹੇ ਹੋ ਦੈਨ ਇਹ ਪਾਸਟ ਦੇ ਵਿੱਚ ਆ ਜਾਊਗੀ। ਫਿਊਚਰ ਦੀ ਥਿਊਰੀ ਥੋੜ੍ਹੀ ਜਿਹੀ ਹੋਰ ਹੈ, ਉਹਦੇ ਵਿੱਚ ਵਿਲ ਦੇ ਨਾਲ ਬੀ ਵੀ ਐਡ ਹੋ ਜਾਂਦਾ, ਉਹ ਆਪਾਂ ਅਲੱਗ ਕਰਾਂਗੇ। ਪਰ ਜੋ ਪਾਸਟ ਕੰਟੀਨਿਊਸ ਹੈ ਤੇ ਪ੍ਰੈਜ਼ੈਂਟ ਕੰਟੀਨਿਊਸ ਹੈ, ਰੂਲ ਬਿਲਕੁਲ ਹੀ ਸੇਮ ਹੈ। ਤੁਹਾਨੂੰ ਵਾਰੀ ਰੂਲ ਯਾਦ ਕਰਨ ਦੀ ਲੋੜ ਨਹੀਂ ਕਿ ਜੋ ਇੱਕ ਰੂਲ ਯਾਦ ਕਰ ਲਿਆ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਲਈ ਯਾਦ ਕੀਤਾ, ਸੇਮ ਹੀ ਰੂਲ ਇੱਥੇ ਯੂਜ਼ ਹੋ ਰਿਹਾ। ਬਸ ਇਹੀ ਪ੍ਰੋਬਲਮ ਆਪਾਂ ਨੂੰ ਸਕੂਲਾਂ ਦੇ ਵਿੱਚ ਰਹੀ ਹੈ। ਜਦੋਂ ਆਪਾਂ ਸਕੂਲਸ ਦੇ ਵਿੱਚ ਸਟੱਡੀ ਕਰਦੇ ਹਾਂ ਉਦੋਂ ਆਪਾਂ ਨੂੰ ਵਾਰੀ ਕਰਵਾਏ ਜਾਂਦੇ ਆ, ਤੇ ਜਦੋਂ ਆਪਾਂ ਨਵਾਂ ਕਰਨ ਲੱਗਦੇ ਹਾਂ ਟੈਂਸ ਤੇ ਉਦੋਂ ਨਵੇਂ ਰੂਲਸ ਦੇ ਦਿੱਤੇ ਜਾਂਦੇ ਆ। ਪਰ ਇੱਥੇ ਕੋਈ ਵੀ ਨਵੇਂ ਰੂਲ ਨਹੀਂ ਗੇ, ਸੇਮ ਹੀ ਰੂਲ ਹੈ। ਉਹੀ ਕੰਟੀਨਿਊਸ ਪ੍ਰੈਜ਼ੈਂਟ 'ਚ ਯੂਜ਼ ਹੋ ਗਿਆ ਤੇ ਉਹੀ ਪਾਸਟ 'ਚ ਯੂਜ਼ ਹੋਇਆ। ਵਾਰੀ ਕਰਨੇ ਵੀ ਕਿਉਂ ਜਦੋਂ ਸੇਮ ਹੈ। ਆਪਾਂ ਸਿਰਫ ਲੌਜਿਕ ਸਮਝਣਾ ਹੈ। ਲੌਜਿਕ ਕਿੱਥੇ ਹੈ? ਉਹ ਪਹਿਚਾਣ 'ਚ ਹੈ ਤੇ ਹੈਲਪਿੰਗ ਵਰਬ 'ਚ। ਹੁਣ ਆਪਾਂ ਜੋ ਵੀ ਕੀਤਾ ਉਹ ਆਪਾਂ ਇੱਕ ਵਾਰੀ ਬਰੀਫ ਦੇ ਵਿੱਚ ਵੇਖ ਲੈਂਦੇ ਹਾਂ। ਪਾਸਟ ਕੰਟੀਨਿਊਸ ਟੈਂਸ ਆਪਾਂ ਕੀਤਾ, ਇਹਦੀ ਪਹਿਚਾਣ ਕੀ ਸੀਗੀ? ਰਹੀ ਸੀ, ਰਿਹਾ ਸੀ, ਰਹੇ ਸਨ, ਰਹੀਆਂ ਸਨ। ਹੈਲਪਿੰਗ ਵਰਬਸ ਹਮੇਸ਼ਾ ਹੀ ਯਾਦ ਰੱਖੋ ਕਿ ਪਾਸਟ ਦੇ ਵਿੱਚ ਵਾਜ਼ ਵਰ ਹੀ ਯੂਜ਼ ਹੁੰਦਾ ਹੈਗਾ, ਪ੍ਰੈਜ਼ੈਂਟ ਦੇ ਵਿੱਚ ਹਮੇਸ਼ਾ ਹੀ ਇਜ਼, ਐਮ ਤੇ ਆਰ ਯੂਜ਼ ਹੁੰਦਾ ਹੈਗਾ। ਰੂਲਸ ਕੀ ਸੀਗੇ ਇਹਦੇ? ਪੋਜ਼ਿਟਿਵ ਲਈ ਆਪਾਂ ਸਬਜੈਕਟ, ਹੈਲਪਿੰਗ ਵਰਬ, ਵਰਬ ਦੀ ਫਸਟ ਫਾਰਮ, ਆਈਐਨਜੀ, ਦੈਨ ਆਬਜੈਕਟ। ਫਿਰ ਆਪਾਂ ਜੇ ਨੈਗੇਟਿਵ ਦੀ ਗੱਲ ਕਰੀਏ, ਨੈਗੇਟਿਵ ਦੇ ਵਿੱਚ ਸਬਜੈਕਟ, ਹੈਲਪਿੰਗ ਵਰਬ,
फिर नॉट, नॉट हमेशा ही हैल्पिंग वर्ब तो बाद, मेन वर्ब तो पहला, ਜਦੋਂ ਆਪਾਂ ਸਿੰਪਲ ਨੈਗੇਟਿਵ ਲਾਈਨ ਬਣਾ ਰਹੇ ਹਾਂ। ਫਿਰ ਮੇਨ ਵਰਬ ਤੋਂ ਬਾਅਦ ਆਈਐਨਜੀ ਮੇਨ ਵਰਬ ਦੇ ਨਾਲ ਹੀ ਲਾਉਣੀ ਹੈ। ਫੋਰ ਐਗਜ਼ਾਮਪਲ ਜੇ ਆਪਾਂ ਡੂ ਲਿਖ ਰਹੇ ਹਾਂ ਤਾਂ ਡੂ ਦੇ ਨਾਲ ਹੀ ਆਈਐਨਜੀ ਲਾਉਣਾ, ਡੂਇੰਗ। ਫਿਰ ਆਬਜੈਕਟ, ਜੇ ਹੁਣ ਆਪਾਂ ਪੋਜ਼ਿਟਿਵ ਇੰਟਰੋਗੇਟਿਵ ਦੀ ਗੱਲ ਕਰੀਏ, ਇਹਦੇ 'ਚ ਹੈਲਪਿੰਗ ਵਰਬ ਪਹਿਲਾਂ ਆ ਜਾਊਗਾ, ਸਬਜੈਕਟ ਬਾਅਦ 'ਚ। ਸੋ ਰੂਲ ਕੀ ਹੈ, ਹੈਲਪਿੰਗ ਵਰਬ, ਸਬਜੈਕਟ, ਵਰਬ ਦੀ ਫਸਟ ਫਾਰਮ ਆਈਐਨਜੀ, ਦੈਨ ਆਬਜੈਕਟ। ਨੈਗੇਟਿਵ ਦੇ ਵਿੱਚ ਕੀ ਹੈ, ਹੈਲਪਿੰਗ ਵਰਬ ਸਬਜੈਕਟ, ਫਿਰ ਨॉट ਹੈ, ਫਿਰ ਵਰਬ ਦੀ ਫਸਟ ਫਾਰਮ ਆਈਐਨਜੀ, ਦੈਨ ਆਬਜੈਕਟ। ਸਿੰਪਲ ਜਿਹਾ ਤੇ ਆਸਾਨ ਜਿਹਾ ਰੂਲ ਹੈਗਾ, ਇਹਦੇ 'ਚ ਕਨਫਿਊਜ਼ ਹੋਣ ਦੀ ਲੋੜ ਨਹੀਂ। ਜੇ ਤੁਹਾਡਾ ਫਿਰ ਵੀ ਕਿਸੇ ਗੱਲ ਨੂੰ ਲੈ ਕੇ ਡਾਊਟ ਹੈ, ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਅਸੀਂ ਜਿੰਨਾ ਹੋ ਸਕੇ ਓਨੀ ਹੀ ਤੁਹਾਡੀ ਹੈਲਪ ਕਰਾਂਗੇ ਤੇ ਤੁਹਾਡੇ ਨਾਲ ਜੁੜੇ ਰਵਾਂਗੇ, ਤੁਹਾਡੇ ਹਰ ਡਾਊਟ ਨੂੰ ਕਲੀਅਰ ਕਰਾਂਗੇ। ਤੇ ਹੋਰਾਂ ਟੈਂਸਸ ਜਿਵੇਂ ਪ੍ਰੈਜ਼ੈਂਟ ਦੇ ਹਜੇ ਪਰਫੈਕਟ ਰਹਿੰਦਾ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ, ਪਰਫੈਕਟ, ਫਿਰ ਫਿਊਚਰ, ਇਹ ਸਾਰੇ ਟੈਂਸਸ ਦੀ ਵੀਡੀਓ ਲੈ ਕੇ ਤੁਹਾਡੇ ਤੱਕ ਅਸੀਂ ਹਾਜ਼ਰ ਹੋਵਾਂਗੇ, ਬਿਲਕੁਲ ਆਸਾਨ ਤੇ ਸਿੰਪਲ ਸ਼ਬਦਾਂ 'ਚ, ਤਾਂ ਜੋ ਆਸਾਨੀ ਨਾਲ ਸਿੱਖਿਆ ਜਾ ਸਕੇ। ਓਕੇ ਜੀ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।